ਮੰਤਰ ਦੇ ਇਸ ਪੂਰੀ ਬਾਣੀ ਨੂੰ ਸਮਝਣ ਤੋਂ ਬਾਅਦ ਸਮਝ ਆਏਗੀ ਕਿ ਉਹ ਪ੍ਰਮਾਤਮਾ ਜੀ, ਰੱਬ ਜੀ ਆਦ ਸੱਚ ਹਨ। ਉਹ ਜੁਗਾਂ ਜੁਗਾਂ ਤੋਂ ਸੱਚ ਹਨ। ਇਹ ਨਹੀਂ ਕਿ ਉਹ ਰੱਬ ਜੀ ਕਿਸੇ ਯੁੱਗ ਵਿੱਚ ਹੋਰ ਸਨ, ਕਿਸੇ ਯੁੱਗ ਵਿੱਚ ਹੋਰ ਸਨ, ਸਤਜੁਗ ਵਿੱਚ ਹੋਰ ਸਨ, ਦੁਆਪਰ ਵਿੱਚ ਹੋਰ ਸਨ, ਤ੍ਰੇਤਾ ਵਿੱਚ ਹੋਰ ਸਨ ਤੇ ਹੁਣ ਕਲਯੁਗ ਵਿੱਚ ਹੋਰ ਆ ਗਏ। ਐਸਾ ਨਹੀਂ ਹੈ। ਉਹ ਰੱਬ ਜੀ ਨਾ ਸਤਜੁਗ ਵਿੱਚ ਬਦਲੇ, ਨਾ ਦੁਆਪਰ ਵਿੱਚ ਬਦਲੇ, ਨਾ ਤ੍ਰੇਤਾ ਵਿੱਚ ਵਜੇ, ਨਾ ਕਲਯੁਗ ਵਿੱਚ ਬਦਲੇ, ਨਾ ਹੀ ਬਦਲਣਗੇ। ਜੁਗਾਦ ਸੱਚ ਹੈ, ਭੀ ਸੱਚ। ਹੁਣ ਵੀ ਉਹ ਸੱਚ ਰੱਬ ਜੀ ਮੌਜੂਦ ਹਨ ਤੇ ਨਾਨਕ ਹੋਸੀ ਭੀ ਸੱਚ। ਉਹ ਸਦਾ ਥਿਰ ਪਰਮਾਤਮਾ ਸਦਾ ਕਾਇਮ ਰਹੇਗਾ। ਔਰ ਇਹ ਸਮਝ ਤਦ ਆਏਗੀ ਜਦ ਅਸੀਂ ਉਹਨਾਂ ਚੀਜ਼ਾਂ ਦਾ ਤਿਆਗ ਕਰਾਂਗੇ ਜਿਨ੍ਹਾਂ ਵਿੱਚੋਂ ਅਸੀਂ ਸਮਝ ਰਹੇ ਹਾਂ ਰੱਬ ਜੀ ਮਿਲਣਗੇ। ਉਹਨਾਂ ਚੀਜ਼ਾਂ ਨੂੰ ਤਬਦੀਲ ਕਰਾਂਗੇ ਤੇ ਗੁਰੂ ਨਾਨਕ ਪਿਤਾ ਦੀ ਵਿਧੀ ਅਨੁਸਾਰ ਜੀਵਨ ਜੀਵਾਂਗੇ। ਸਤਿਗੁਰੂ ਪਿਆਰੇ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਜੀਵਨ ਜੀਵਾਂਗੇ। ਜਿਸ ਸ਼ਬਦ ਗੁਰੂ ਦਾ ਗਿਆਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ, ਭਗਤਾਂ ਨੇ ਦਿੱਤਾ, ਭੱਟਾਂ ਨੇ ਦਿੱਤਾ, ਉਹਨਾਂ 35 ਮਹਾਪੁਰਸ਼ਾਂ ਨੇ ਦਿੱਤਾ। ਹੁਣ ਇਹਨਾਂ ਚੀਜ਼ਾਂ ਨੂੰ ਸਮਝ ਕੇ ਹੀ ਅੱਗੇ ਤੁਰਿਆ ਜਾਏ ਤੇ ਜੀਵਨ ਦੀ ਜਾਂਚ ਮਿਲਦੀ ਹੈ ਨਾ। ਸਤਿਗੁਰੂ ਪਿਤਾ ਪਹਿਲੀ ਪੌੜੀ 'ਚ ਜਿਹੜੀਆਂ 4 ਪ੍ਰਚਲਿਤ ਵਿਚਾਰਧਾਰਾਵਾਂ ਸਨ ਇਸ ਭਾਰਤੀ ਸਮਾਜ ਦੇ ਵਿੱਚ, ਜਿੰਨੀਆਂ ਵੀ ਵਿਚਾਰਧਾਰਾ ਪ੍ਰਫੁੱਲਤ ਹੋਈਆਂ ਭਾਰਤੀ ਸਮਾਜ ਵਿੱਚ ਜਾਂ ਜਿਹੜੀ ਵਿਚਾਰਧਾਰਾ ਬਾਹਰੋਂ ਆਈ ਭਾਰਤੀ ਸਮਾਜ ਵਿੱਚ, ਉਹਨਾਂ ਵਿੱਚ ਇਹੀ 4 ਚੀਜ਼ਾਂ ਜ਼ਿਆਦਾ ਪ੍ਰਚਲਿਤ ਸਨ। ਤੀਰਥਾਂ ਦੇ ਇਸ਼ਨਾਨ, ਜਾਂ ਚੁੱਪ ਰਹਿਣਾ ਜਾਂ ਬਹੁਤ ਬੋਲਣਾ, ਜਾਂ ਭੁੱਖੇ ਰਹਿਣਾ, ਵਰਤ ਰੱਖਣੇ, ਜਾਂ ਬਹੁਤ ਸਮਾਨ ਇਕੱਠੇ ਕਰਨੇ, ਖਾਣ ਦੇ ਬਹੁਤ ਪਦਾਰਥ ਇਕੱਠੇ ਕਰਨੇ, ਜਾਂ ਭੁੱਖੇ ਰਹਿਣਾ ਜਾਂ ਸਮਾਨ ਇਕੱਠੇ ਕਰਨੇ। ਚਤਰਾਈ, ਚਲਾਕੀ, ਸਿਆਣਪ, ਜਿਸ ਦੇ ਨਾਲ ਇਹ ਸਮਝਿਆ ਗਿਆ ਕਿ ਰੱਬ ਜੀ ਪ੍ਰਾਪਤ ਹੋਣਗੇ। ਲੇਕਿਨ ਇਸ ਦੇ ਨਾਲ ਰੱਬ ਜੀ ਤੇ ਨਹੀਂ ਪ੍ਰਾਪਤ ਹੋਏ, ਕੁਝ ਹੋਰ ਭਲੇ ਹੋ ਗਿਆ ਹੋਵੇ। ਸਤਿਗੁਰੂ ਪਿਤਾ ਕਹਿੰਦੇ ਨੇ ਰੱਬ ਜੀ ਨਹੀਂ ਮਿਲ ਸਕਦੇ, ਤੂੰ ਸਚਿਆਰਾ ਨਹੀਂ ਹੋਏਗਾ ਰੱਬ ਜੀ ਨਹੀਂ ਮਿਲਣਗੇ। ਜਦ ਤੱਕ ਤੇਰੇ ਅੰਦਰ ਜਿਹੜੀ ਮਨ ਦੇ ਵਿੱਚ ਮੈਲ ਇਹਨਾਂ 4 ਤਰੀਕੇ ਨਾਲ ਬਹੁਤ ਭਰਪੂਰ ਵਸ ਗਈ, ਇਹਨਾਂ ਨੂੰ ਪਹਿਲਾਂ ਛੱਡ ਕੇ ਇਸ ਗੱਲ ਨੂੰ ਸਮਝ ਕਿ ਪ੍ਰਮਾਤਮਾ ਦਾ ਹੁਕਮ ਕੀ ਹੈ, ਤੂੰ ਸਚਿਆਰੇ ਕਿਸ ਤਰ੍ਹਾਂ ਹੋਣਾ ਹੈ, ਸਚਿਆਰੇ ਹੋਈਦਾ ਕਿਸ ਤਰ੍ਹਾਂ, ਤੇ ਗੁਰੂ ਹੀ ਦੱਸ ਸਕਦਾ। ਸ਼ਬਦ ਗੁਰੂ ਬਿਨਾਂ ਕੋਈ ਨਹੀਂ ਦੱਸ ਸਕਦਾ। ਇਹ ਸ਼ਬਦ ਗੁਰੂ ਦੀ ਮਹਾਨਤਾ ਹੈ। ਜਿਹੜੀ ਚੀਜ਼ ਦੱਸ ਦਿੱਤੀ ਉਹ ਸਦੀਵੀ ਕਾਇਮ ਹੈ। ਜਿਸ ਤਰ੍ਹਾਂ ਪ੍ਰਮਾਤਮਾ ਅਡੋਲ ਹੈ, ਇਸ ਤਰ੍ਹਾਂ ਬਾਣੀ ਅਡੋਲ ਹੈ। ਔਰ ਉਹ ਬਾਣੀ ਜਿਹੜਾ ਸਿਰਫ ਇੱਕ ਰੱਬ ਜੀ ਦੀ ਗੱਲ ਕਰਦਾ ਹੈ, ਭਾਂਤ ਭਾਂਤ ਦੀ ਵਿਚਾਰਧਾਰਾ ਨਹੀਂ ਦਿੰਦਾ, ਇੱਕੋ ਵਿਚਾਰਧਾਰਾ ਦਿੰਦਾ ਹੈ। ਤੇ ਉਸ ਦੇ ਲਈ ਬੜੀ ਜ਼ਰੂਰੀ ਚੀਜ਼ ਹੈ ਕਿ ਅਸੀਂ ਇਹਨਾਂ ਗੱਲਾਂ ਦਾ ਤਿਆਗ ਕਰੀਏ ਜਿਹੜੇ ਦੁਨੀਆ ਦੇ ਲੋਕ, ਅਨੇਕਾਂ ਕਰੋੜਾਂ ਲੋਕ ਕਰ ਰਹੇ ਨੇ, ਜਿਹੜੇ ਅਜੇ ਤੱਕ ਆਤਮਿਕ ਸ਼ਾਂਤੀ, ਆਤਮਿਕ ਸੁਖ ਨੂੰ ਨਹੀਂ ਪਾ ਸਕਦੇ, ਬ੍ਰਹਮ ਦੇ ਗਿਆਨ ਨੂੰ ਨਹੀਂ ਪਾ ਸਕੇ, ਅਲਖ ਪ੍ਰਭੂ ਨੂੰ ਲਖ ਨਹੀਂ ਸਕੇ। ਤੇ ਪਹਿਲੀ ਪੌੜੀ ਸਤਿਗੁਰੂ ਪਾਤਸ਼ਾਹ ਇਸ ਸ਼ਲੋਕ ਤੋਂ ਬਾਅਦ ਸਮਝਾਣਾ ਕਰਦੇ ਨੇ, ਪਿਆਰੇ ਗੱਲ ਨੂੰ ਸਮਝ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਲੱਖਾਂ ਵਾਰੀ ਇਸ਼ਨਾਨ ਕਰ। ਇੱਥੇ ਸੋਚ ਦਿਮਾਗ ਦੀ ਸੋਚ ਵਾਸਤੇ ਨਹੀਂ। ਅਸੀਂ ਸਮਝਦੇ ਹਾਂ ਕਿ ਲੱਖਾਂ ਵਾਰੀ ਸੋਚੀ ਜਾਈਏ ਤੇ ਕੁਝ ਵੀ ਨਹੀਂ ਹੋਣਾ, ਐਸਾ ਦਿਮਾਗੀ ਸੋਚ ਵਾਸਤੇ ਨਹੀਂ। ਇਹ ਸ਼ੌਚਾਲय ਤੋਂ ਇਹ ਸੋਚ ਸਮਝ ਆਇਆ ਹੈ। ਸਰੀਰ ਦੇ ਇਸ਼ਨਾਨ ਦੇ ਨਾਲ ਮਨ ਦੀ ਸੁਚਤਾ ਦਾ ਕੋਈ ਸੰਬੰਧ ਨਹੀਂ ਹੈ। ਸਤਿਗੁਰ ਪਿਤਾ ਬਾਣੀ 'ਚ ਕਹਿੰਦੇ ਨੇ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਬਹੁਤ ਸਾਰੇ ਤੀਰਥਾਂ ਤੇ ਇਸ਼ਨਾਨਾਂ ਤੋਂ ਬਾਅਦ
ਇਹ ਸਮਝੀਏ ਕਿ ਸਾਨੂੰ ਰੱਬ ਜੀ ਮਿਲ ਜਾਣਗੇ, ਉਹ ਕੁਝ ਹੋਰ ਕਨਸੈਪਟ ਹੋ ਸਕਦਾ ਹੈ, ਲੇਕਿਨ ਰੱਬ ਜੀ ਨੂੰ ਪ੍ਰਾਪਤੀ ਦਾ ਕਨਸੈਪਟ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਉੱਥੇ ਤੇ ਹੰਕਾਰ ਹੀ ਪੈਦਾ ਮਿਲੇਗਾ, ਹੰਕਾਰ ਹੀ ਵਧੇਗਾ, ਤੇ ਹੰਕਾਰ ਰੱਬ ਜੀ ਤੋਂ ਦੂਰ ਲੈ ਜਾਂਦਾ ਹੈ। ਬਾਣੀ ਸਤਿਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਜਲ ਕੇ ਮੰਜਨ ਜੇ ਗਤ ਹੋਵੇ, ਨਿਤ ਨਿਤ ਮੈਂਡਕ ਨਾਵੇ, ਜੈਸੇ ਮੈਂਡਕ ਤੈਸੇ ਓਏ ਨਰ ਫਿਰ ਜੋ ਨਹੀਂ ਆਵੇ। ਕਰੋੜਾਂ ਪ੍ਰਮਾਣ ਸਤਿਗੁਰੂ ਨੇ ਦੇ ਦਿੱਤੇ, ਕਰੋੜਾਂ ਤਰੀਕੇ ਨਾਲ ਸਮਝਾ ਦਿੱਤਾ, ਲੇਕਿਨ ਅੱਜ ਵੀ ਅਸੀਂ ਉੱਥੇ ਭਟਕ ਰਹੇ ਹਾਂ। ਹੁਣ ਇਹ ਸੋਚਣਾ ਕਿ ਸਿੱਖ ਇਤਿਹਾਸਕ ਸਥਾਨ ਤੇ ਜਾਏ ਕਿ ਤੀਰਥ ਸਥਾਨ ਤੇ ਜਾਏ, ਇਸ ਨੂੰ ਸਮਝਣਾ ਅਤੀ ਜ਼ਰੂਰੀ ਹੈ। ਸਿੱਖ ਇਤਿਹਾਸਕ ਸਥਾਨ ਤੇ ਜਾਂਦਾ ਹੈ, ਉਹ ਆਪਣੇ ਇਤਿਹਾਸਕ ਸਥਾਨ ਨੂੰ ਤੀਰਥ ਸਥਾਨ ਨਹੀਂ ਬਣਾਉਂਦਾ ਕਿ ਦੂਸਰੀ ਵਿਚਾਰਧਾਰਾ ਉਹਨਾਂ ਦੇ ਲਈ ਸਤਿਕਾਰਯੋਗ ਹੈ, ਸਾਡੇ ਲਈ ਉਹ ਮਹੱਤਤਾ ਨਹੀਂ ਰੱਖਦੀ। ਹਰ ਵਿਚਾਰਧਾਰਾ ਦੀ ਆਪਣਾ ਤਰੀਕਾ ਹੈ, ਉਹ ਆਪਣੇ ਤਰੀਕੇ ਨਾਲ ਜੀਣ, ਲੇਕਿਨ ਦੂਸਰੀ ਵਿਚਾਰਧਾਰਾ ਨੂੰ ਅਸੀਂ ਦੂਸਰੀ ਵਿਚਾਰਧਾਰਾ ਵਿੱਚ ਕਰ ਦਿਆਂਗੇ ਤੇ ਗੱਲ ਨਹੀਂ ਬਣੇਗੀ। ਜਿਸ ਤਰ੍ਹਾਂ ਅਸੀਂ ਦੁੱਧ ਦਾ ਆਨੰਦ ਲੈਣਾ ਤੇ ਦੁੱਧ ਹੀ ਪੀਣਾ ਪਏਗਾ, ਜੇ ਦੁੱਧ ਨੂੰ ਅਸੀਂ ਪਾਣੀ ਵਿੱਚ ਪਾ ਦਿਆਂਗੇ ਜਾਂ ਦੁੱਧ ਨੂੰ ਅਸੀਂ ਦੁੱਧ ਤੋਂ ਬਣੀ ਹੋਈ ਲੱਸੀ ਵਿੱਚ ਪਾ ਦਿਆਂਗੇ ਤਾਂ ਵੀ ਉਹ ਦੁੱਧ ਦਾ ਆਨੰਦ ਨਹੀਂ ਦੇਗੀ। ਬੜੀ ਸਿੰਪਲ ਜੀ ਗੱਲ ਹੈ। ਦੁੱਧ ਤੋਂ ਹੀ ਲੱਸੀ ਬਣੀ ਹੈ, ਮੱਖਣ ਨਿਕਲਿਆ, ਲੱਸੀ ਬਣ ਗਈ, ਖਟਿਆਸ ਆ ਗਈ। ਹੁਣ ਉਸ ਦੇ ਵਿੱਚ ਦੁੱਧ ਪਾ ਦਈਏ ਤੇ ਸਾਨੂੰ ਉਹ ਦੁੱਧ ਦਾ ਆਨੰਦ ਨਹੀਂ ਦੇਗੀ। ਇਸੇ ਤਰ੍ਹਾਂ ਇੱਕ ਵਿਚਾਰਧਾਰਾ ਆਪਣੀ ਜਗ੍ਹਾ ਤੇ ਉਹ ਉਹਨਾਂ ਲਈ ਠੀਕ ਹੋ ਸਕਦੀ ਹੈ, ਲੇਕਿਨ ਗੁਰਮਤ ਲਈ, ਗੁਰਮਤ ਵਿੱਚ, ਗੁਰੂ ਨਾਨਕ ਦੀ ਵਿਚਾਰਧਾਰਾ ਵਿੱਚ ਉਹ ਵਿਚਾਰਧਾਰਾ ਫਿੱਟ ਨਹੀਂ ਆਉਂਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਵਿਚਾਰਧਾਰਾ ਨਾਲ ਗੁਰਮਤ ਦਾ, ਗੁਰਸਿੱਖੀ ਦਾ ਕੋਈ ਸੰਬੰਧ ਨਹੀਂ। ਇਸ ਨੂੰ ਸੰਜੀਦਗੀ ਦੇ ਨਾਲ ਸਮਝਣਾ ਪਏਗਾ। ਤਾਂ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਲੱਖਾਂ ਵਾਰੀ ਇਸ਼ਨਾਨ ਕਰ ਲੈ, ਕਰੋੜਾਂ ਇਸ਼ਨਾਨ ਕਰ ਲੈ, ਕੀ ਹੋ ਜਾਏਗਾ? ਕੁਛ ਨਹੀਂ ਹੋਏਗਾ। ਸਤਿਗੁਰੂ ਜੀ ਪੰਜਵੇਂ ਜਾਮੇ ਚ ਕਹਿੰਦੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ, ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੇਨ। ਕਰ ਲੈ, ਕੁਛ ਵੀ ਨਹੀਂ ਹੋਏਗਾ। ਇਸ ਦੇ ਨਾਲ ਰੱਬ ਜੀ ਨਹੀਂ ਮਿਲਣਗੇ। ਤੇ ਫਿਰ ਵੀ ਜੇ ਸਿੱਖ ਨੂੰ ਜਾਂ ਵਿਚਾਰ ਤੇ ਚੱਲਣ ਵਾਲੇ ਨੂੰ, ਵਿਚਾਰ ਪੜਨ ਵਾਲੇ ਨੂੰ ਨਾ ਸਮਝ ਆਵੇ ਤੇ ਫਿਰ ਕੀ ਹੋ ਸਕਦਾ ਹੈ? ਫਿਰ ਅਵਗੁਣ ਗੁਰੂ ਵਿੱਚ ਨਹੀਂ ਹੈ, ਅਵਗੁਣ ਸਿੱਖ ਦੇ ਵਿੱਚ ਹੈ। ਉਸ ਅਵਗੁਣ ਨੂੰ ਖਤਮ ਕਰਨਾ, ਉਸ ਅਵਗੁਣ ਨੂੰ ਮਿਟਾਣਾ। ਹੁਣ ਸਤਿਗੁਰੂ ਪਿਤਾ ਦੂਸਰੀ ਵਿਚਾਰ ਦਿੰਦੇ ਨੇ, ਜਿਨ੍ਹਾਂ ਨੇ ਮੂੰਹ ਤੇ ਪੱਟੀ ਮੰਨ ਲਈ ਕਿ ਬੋਲਾਂਗੇ ਤੇ ਗਲਤ ਗੱਲਾਂ ਨਿਕਲਣਗੀਆਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਚੁੱਪ ਹੈ, ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਇੱਕ ਲਿਵ ਦੇ ਨਾਲ ਅਨੇਕਾਂ ਸਾਲਾਂ ਤੱਕ ਚੁੱਪ ਰਹੀਏ, ਨਹੀਂ ਹੋਏਗਾ। ਹਰ ਗੱਲ ਨੂੰ ਬੜੀ ਬਾਰੀਕੀ ਨਾਲ ਸਮਝਾਇਆ ਸਤਿਗੁਰੂ ਪਿਤਾ ਨੇ, ਤੇ ਮਨੁੱਖ ਨੇ ਸਮਝਿਆ ਕਿ ਮੈਂ ਚੁੱਪ ਰਵਾਂਗਾ, ਰੱਬ ਪ੍ਰਾਪਤ ਹੋ ਜਾਏਗਾ, ਮੇਰਾ ਮਨ ਤੇ ਕੰਟਰੋਲ ਆ ਜਾਏਗਾ। ਕਹਿੰਦੇ ਨੇ ਨਹੀਂ, ਇਸ ਦੇ ਨਾਲ ਮਨ ਤੇ ਨਹੀਂ ਕੰਟਰੋਲ ਆਇਆ, ਇਹਦੇ ਨਾਲ ਸਚਿਆਰਾ ਨਹੀਂ ਹੋਏਗਾ। ਸਚਿਆਰੇ ਹੋਣ ਵਾਸਤੇ ਚੁੱਪ ਰਹਿਣ ਦੀ ਵੀ ਲੋੜ ਨਹੀਂ ਹੈ। ਤੇ ਗੱਲ ਸਮਝਣ ਵਾਸਤੇ ਸਾਨੂੰ ਅਤੀ ਜ਼ਰੂਰੀ ਹੈ ਪਿਆਰਿਓ ਕਿ ਅਸੀਂ ਸਮਝ ਸਕੀਏ ਕਿ ਹੁਣ ਜਿਹੜਾ ਤੀਜਾ ਤਰੀਕਾ ਹੈ, ਇਹ ਵੀ ਰੱਬ ਜੀ ਨੂੰ ਵਿਚਾਰਨ, ਸਮਝਣ ਅਤੇ ਰੱਬ ਜੀ ਦੇ ਗਿਆਨ ਲਈ ਜ਼ਰੂਰੀ ਨਹੀਂ ਹੈ, ਇਸ ਦੀ ਲੋੜ ਨਹੀਂ ਹੈ। ਕਿਹੜਾ ਹੈ? ਭੁੱਖਿਆਂ ਭੁੱਖ ਨਾ ਉਤਰੀ, ਨਾ ਹੀ ਭੁੱਖਿਆਂ ਰਹਿ ਕੇ ਭੁੱਖ ਦੀ ਜਿਹੜੀ ਹੈ ਤ੍ਰਿਪਤੀ ਹੋ ਜਾਏਗੀ, ਮਨ ਦੀ ਤ੍ਰਿਪਤੀ ਹੋ ਜਾਏਗੀ, ਨਾ ਹੀ ਬਹੁਤਾ ਖਜ਼ਾਨਾ ਇਕੱਠਾ ਕਰਕੇ।